ਸਾਂਝਾ ਟੀਵੀ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਮਾਂ ਬੋਲੀ। ਆਓ ਪੰਜਾਬੀ ਸਿੱਖੀਏ। ਇਸ ਸ਼ੋਅ ਨੂੰ ਤੁਸੀਂ ਬੜਾ ਭਰਮਾ ਹੁੰਗਾਰਾ ਦੇ ਰਹੇ ਹੋ, ਤੁਸੀਂ ਪਿਆਰ ਕਰ ਰਹੇ ਹੋ, ਸੋ ਸਾਰਿਆਂ ਦਾ ਹੀ ਦਿਲੋਂ ਧੰਨਵਾਦ। ਛੋਟਾ ਜਿਹਾ ਉਪਰਾਲਾ ਸੀ, ਬਹੁਤ ਹੀ ਮਿਹਨਤ ਕੀਤੀ ਜਾਂਦੀ ਹੈ ਇਸ ਸ਼ੋਅ ਦੇ ਉੱਤੇ, ਸੋ ਸਾਰਾ ਹੀ ਮਿਹਨਤ ਦਾ ਜਿਹੜਾ ਕ੍ਰੈਡਿਟ ਆ ਨਾ ਉਹ ਮਹਿਕਪ੍ਰੀਤ ਕੌਰ ਧਾਲੀਵਾਲ ਉਹਨਾਂ ਨੂੰ ਜਾਂਦਾ ਆ। ਸੋ ਆਓ ਅੱਜ ਅਸੀਂ ਉਹਨਾਂ ਨੂੰ ਫਿਰ ਤੋਂ ਜੀ ਆਇਆਂ ਕਰਦੇ ਹਾਂ ਤੇ ਜਾਣਦੇ ਹਾਂ ਕਿ ਅੱਜ ਉਹ ਸਾਡੇ ਲਈ ਕੀ ਲੈ ਕੇ ਆਏ ਨੇ। ਸੋ ਮਹਿਕਪ੍ਰੀਤ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮਾਂ ਬੋਲੀ ਪ੍ਰੋਗਰਾਮ ਦੇ ਇਸ ਹਫਤੇ ਦੇ ਐਪੀਸੋਡ ਦੇ ਵਿੱਚ ਬਹੁਤ ਹੀ ਨਿੱਘਾ ਸਵਾਗਤ ਹੈ। ਸੋ ਮਹਿਕਪ੍ਰੀਤ ਜੀ, ਪਿਛਲੀ ਵਾਰ ਦਾ ਪ੍ਰੋਗਰਾਮ ਬਹੁਤ ਵਧੀਆ ਸੀ, ਬਹੁਤ ਸਾਰੇ ਫੀਡਬੈਕ ਆਏ, ਬਹੁਤ ਸਾਰੇ ਤੁਹਾਨੂੰ ਕਹਿ ਰਹੇ ਕਿ ਬਹੁਤ ਅੱਛਾ ਕਰ ਰਹੇ ਹੋ ਤੁਸੀਂ। ਸੋ ਇਹਦੇ ਲਈ ਤੁਸੀਂ ਵਧਾਈ ਦੇ ਪਾਤਰ ਹੋ। ਤੇ ਅੱਜ ਤੁਸੀਂ ਕੀ ਲੈ ਕੇ ਆਓ, ਕਰੋ ਜੀ ਤੁਸੀਂ ਆਪਣੀ ਕਲਾਸ ਸ਼ੁਰੂ। ਹਾਂਜੀ, ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਪੰਜਾਬੀ 35 ਦੀ ਦੂਜੀ ਲਾਈਨ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਸੋ ਚਲੋ ਕਰਦੇ ਹਾਂ ਸ਼ੁਰੂਆਤ ਅੱਜ ਦੀ ਕਲਾਸ ਦੀ। ਆਓ ਪੰਜਾਬੀ ਸਿੱਖੀਏ। ਪੰਜਾਬੀ 35 ਦੀ ਦੂਜੀ ਲਾਈਨ ਸਿੱਖਣ ਤੋਂ ਪਹਿਲਾਂ ਮੈਂ ਪਹਿਲੇ 5 ਅੱਖਰਾਂ ਦਾ ਅਭਿਆਸ ਕਰਨਾ ਚਾਹੁੰਦੀ ਹਾਂ। ਸੋ ਪਿਛਲੇ ਹਫਤੇ ਆਪਾਂ ਇਹ ਸਿੱਖਿਆ ਸੀ ਕਿ ਪੰਜਾਬੀ 35 ਦਾ ਸਾਰਿਆਂ ਨਾਲੋਂ ਪਹਿਲਾ ਅੱਖਰ ਹੈ ਊੜਾ। ਊੜੇ ਦੀ ਸਾਊਂਡ ਹੁੰਦੀ ਆ ਅ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ ਯੂ ਦੀ ਹੁੰਦੀ ਆ। ਉਸ ਤੋਂ ਬਾਅਦ ਆ ਜਾਂਦਾ ਐੜਾ। ਐੜੇ ਦੀ ਸਾਊਂਡ ਹੁੰਦੀ ਆ ਐ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ ਏ ਦੀ ਹੁੰਦੀ ਆ। ਤੀਸਰਾ ਅੱਖਰ ਹੈ ਈੜੀ। ਈੜੀ ਦੀ ਸਾਊਂਡ ਹੁੰਦੀ ਆ ਏ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ ਆਈ ਦੀ ਹੁੰਦੀ ਆ। ਉਸ ਤੋਂ ਬਾਅਦ ਆ ਜਾਂਦਾ ਸੱਸਾ। ਸੱਸੇ ਦੀ ਸਾਊਂਡ ਹੁੰਦੀ ਆ ਸ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ ਐਸ ਦੀ ਹੁੰਦੀ ਆ। ਤੇ ਆਪਣਾ ਲਾਸਟ ਲੈਟਰ ਹੈ ਹਾਹਾ। ਹਾਹੇ ਦੀ ਸਾਊਂਡ ਹੁੰਦੀ ਆ ਹ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ ਐਚ ਦੀ ਹੁੰਦੀ ਆ। ਸੋ ਇਹਨਾਂ 5 ਅੱਖਰਾਂ ਦੀ ਸਾਊਂਡਸ ਨੂੰ ਰਿਵਿਊ ਕਰਨ ਦੇ ਲਈ ਮੇਰੇ ਕੋਲ ਤੁਹਾਡੇ ਸਾਰਿਆਂ ਦੇ ਲਈ ਇੱਕ ਛੋਟੀ ਜਿਹੀ ਗੇਮ ਆ। ਗੇਮ ਇਹ ਆ ਕਿ ਤੁਹਾਡੇ ਸਕਰੀਨ ਦੇ ਉੱਤੇ ਇੱਕ ਤਸਵੀਰ ਆਊਗੀ ਤੇ ਮੈਂ ਤੁਹਾਨੂੰ ਦੱਸੂਗੀ ਕਿ ਤਸਵੀਰ ਦੇ ਵਿੱਚ ਜੋ ਵੀ ਦਿਖਾ ਰਹੇ ਆ ਉਸ ਸ਼ਬਦ ਨੂੰ ਪੰਜਾਬੀ ਦੇ ਵਿੱਚ ਕੀ ਕਿਹਾ ਜਾਂਦਾ ਆ। ਤੇ ਤੁਸੀਂ 10 ਸੈਕਿੰਡ ਦੇ ਵਿੱਚ ਸੋਚਣ ਦੀ ਕੋਸ਼ਿਸ਼ ਕਰਨੀ ਆ ਕਿ ਇਹ ਸ਼ਬਦ ਕਿਹੜੇ ਅੱਖਰ ਦੇ ਨਾਲ ਸ਼ੁਰੂ ਹੁੰਦਾ ਹੈ। ਸੋ ਚਲੋ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲੀ ਤਸਵੀਰ ਹੈ ਇਟ। ਸੋ ਇਟ ਇਜ਼ ਕਾਲਡ ਬ੍ਰਿਕ ਇਨ ਇੰਗਲਿਸ਼। ਤੇ ਹੁਣ ਤੁਸੀਂ ਸਾਰਿਆਂ ਨੇ ਸੋਚਣ ਦੀ ਕੋਸ਼ਿਸ਼ ਕਰਨੀ ਆ ਕਿ ਇਟ ਕਿਹੜੇ ਅੱਖਰ ਨਾਲ ਸ਼ੁਰੂ ਹੁੰਦਾ। ਤੁਹਾਡੇ ਮਮ, ਡੈਡ, ਗ੍ਰੈਂਡ ਪੇਰੈਂਟਸ, ਜਿਹੜਾ ਵੀ ਕੋਈ ਤੁਹਾਡੇ ਨਾਲ ਬੈਠਾ ਆ ਸ਼ੋਅ ਨੂੰ ਦੇਖ ਰਹੇ ਆ, ਉਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕੀ ਲੱਗਦਾ ਇਟ ਕਿਹੜੇ ਅੱਖਰ ਨਾਲ ਸ਼ੁਰੂ ਹੁੰਦਾ ਹੈ। ਸੋ ਇਟ ਈੜੀ ਅੱਖਰ ਨਾਲ ਸ਼ੁਰੂ ਹੁੰਦਾ ਹੈ, ਕਿਉਂਕਿ ਤੁਹਾਨੂੰ ਸ਼ੁਰੂਆਤ ਦੇ ਵਿੱਚ ਇਹ ਸਾਊਂਡ ਸੁਣਾਈ ਦਿੰਦੀ ਹੈ। ਆਓ ਦੇਖਦੇ ਹਾਂ ਕਿ ਆਪਣੀ ਅਗਲੀ ਤਸਵੀਰ ਕੀ ਆ। ਅਗਲੀ ਤਸਵੀਰ ਹੈ ਕੈਮੋ। ਸੋ ਕੈਮੋ ਨੂੰ ਪੰਜਾਬੀ ਦੇ ਵਿੱਚ ਊਠ ਕਿਹਾ ਜਾਂਦਾ ਆ। ਸੋ ਤੁਸੀਂ ਸੋਚ ਕੇ ਦੱਸੋ ਊਠ ਕਿਹੜੇ ਅੱਖਰ ਨਾਲ ਸ਼ੁਰੂ ਹੁੰਦਾ ਹੈ। ਊਠ ਕਿਹੜੀ ਸਾਊਂਡ ਸੁਣਾਈ ਦਿੰਦੀ ਹੈ ਤੁਹਾਨੂੰ ਸ਼ੁਰੂਆਤ ਦੇ ਵਿੱਚ। ਊਠ। ਸੋ ਊਠ ਊੜੇ ਨਾਲ ਸ਼ੁਰੂ ਹੁੰਦਾ ਹੈ, ਕਿਉਂਕਿ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਅ ਸਾਊਂਡ ਸੁਣਾਈ ਦਿੰਦੀ ਆ। ਆਪਣੀ ਨੈਕਸਟ ਇਮੇਜ ਹੈ ਸੇਬ। ਸੋ ਸੇਬ ਨੂੰ ਇੰਗਲਿਸ਼ ਦੇ ਵਿੱਚ ਆਪੋ ਕਹਿੰਦੇ ਨੇ। ਤੇ ਹੁਣ ਤੁਸੀਂ ਸੋਚਣ ਦੀ ਕੋਸ਼ਿਸ਼ ਕਰੋ ਸੇਬ ਕਿਹੜੇ ਅੱਖਰ ਦੇ ਨਾਲ ਸ਼ੁਰੂ ਹੁੰਦਾ ਹੋਵੇਗਾ। ਸੇਬ। ਸੋ ਸੇਬ ਸੱਸੇ ਦੇ ਨਾਲ ਸ਼ੁਰੂ ਹੁੰਦਾ ਹੈ, ਕਿਉਂਕਿ ਤੁਹਾਨੂੰ ਸ਼ੁਰੂਆਤ ਦੇ ਵਿੱਚ ਸ ਯਾਨੀ ਕਿ ਐਸ ਲੈਟਰ ਵਾਲੀ ਸਾਊਂਡ ਸੁਣਾਈ ਦਿੰਦੀ ਹੈ। ਤੇ ਅਗਲੀ ਤਸਵੀਰ ਹੈ ਅੱਖ, which means eye in English। ਤੇ ਹੁਣ ਤੁਸੀਂ ਸੋਚਣ ਦੀ ਕੋਸ਼ਿਸ਼ ਕਰੋ ਅੱਖ ਕਿਹੜੇ ਅੱਖਰ ਨਾਲ ਸ਼ੁਰੂ ਹੁੰਦਾ ਹੋਵੇਗਾ। ਅੱਖ। ਸੋ ਅੱਖ ਐੜੇ ਦੇ ਨਾਲ ਸ਼ੁਰੂ ਹੁੰਦਾ ਹੈ, ਕਿਉਂਕਿ ਤੈਨੂੰ ਸ਼ੁਰੂਆਤ ਦੇ ਵਿੱਚ ਐ ਸਾਊਂਡ ਸੁਣਾਈ ਦਿੰਦੀ ਹੈ। ਅੱਖ। ਤੇ ਆਪਣੀ ਲਾਸਟ ਇਮੇਜ ਹੈ ਹੱਥ। ਹੱਥ ਇਜ਼ ਹੈਂਡ ਇਨ ਇੰਗਲਿਸ਼। ਤੇ ਹੱਥ ਕਿਹੜੇ ਅੱਖਰ ਦੇ ਨਾਲ ਸ਼ੁਰੂ ਹੁੰਦਾ ਹੋਵੇਗਾ। ਹੱਥ। ਸੋ ਹੱਥ ਹਾਹੇ ਦੇ ਨਾਲ ਸ਼ੁਰੂ ਹੁੰਦਾ ਹੈ। ਸੋ ਇਹ ਸੀ ਆਪਣੀ ਰਿਵਿਊ। ਮੈਨੂੰ ਉਮੀਦ ਹੈ ਕਿ ਤੁਹਾਡੇ ਸਾਰੇ ਆਨਸਰ ਕਰੈਕਟ ਆਏ ਹੋਣਗੇ। ਤੇ ਚਲੋ ਸ਼ੁਰੂਆਤ ਕਰਦੇ ਹਾਂ ਪੰਜਾਬੀ 35 ਦੀ ਦੂਜੀ ਲਾਈਨ ਦੀ। ਸੋ ਹਾਹੇ ਅੱਖਰ ਤੋਂ ਬਾਅਦ ਆ ਜਾਂਦਾ ਹੈ ਕੱਕਾ। ਕੱਕੇ ਤੋਂ ਬਾਅਦ ਆਉਂਦਾ ਹੈ ਖੱਖਾ, ਉਸ ਤੋਂ ਬਾਅਦ ਗੱਗਾ, ਫਿਰ ਘੱਗਾ ਤੇ ਫਿਰ ਗੰਗਾ। ਸ਼ੁਰੂਆਤ ਕਰਦੇ ਹਾਂ ਕੱਕੇ ਅੱਖਰ ਦੇ ਨਾਲ। ਸੋ ਸਾਰੇ ਜਾਣੇ ਮੇਰੇ ਮਗਰ ਬੋਲੋ ਕੱਕਾ। ਕੱਕਾ। ਕੱਕੇ ਦੀ ਕੀ ਸਾਊਂਡ ਹੁੰਦੀ ਆ। ਕੱਕੇ ਦੀ ਸਾਊਂਡ ਹੁੰਦੀ ਆ ਕ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ ਕੇ ਦੀ ਹੁੰਦੀ ਆ। ਕੇ ਫॉर ਕਿੰਗ। ਸੋ ਕੱਕਾ ਕ। ਤੇ ਕੱਕਾ ਅੱਖਰ ਦੇ ਨਾਲ ਕਿਹੜੇ ਸ਼ਬਦ ਸ਼ੁਰੂ ਹੁੰਦੇ ਹਨ, ਆਓ ਦੇਖਦੇ ਹਾਂ। ਕੱਕੇ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਕਬੂਤਰ। ਕਬੂਤਰ ਇਜ਼ pigeon in English। And when we say the word ਕਬੂਤਰ, ਜਦੋਂ ਤੁਸੀਂ ਕਬੂਤਰ ਸ਼ਬਦ ਕਹਿੰਦੇ ਹੋ ਤੁਹਾਨੂੰ ਕ ਸਾਊਂਡ ਸੁਣਾਈ ਦਿੰਦੀ ਆ। ਕੱਕਾ ਕਬੂਤਰ।
ਉਸ ਤੋਂ ਬਾਅਦ ਆ ਜਾਂਦਾ ਕਾਰ। ਸੋ ਕਾਰ ਨੂੰ ਇੰਗਲਿਸ਼ ਦੇ ਵਿੱਚ ਵੀ ਕਾਰ ਕਿਹਾ ਜਾਂਦਾ ਆ ਤੇ ਜਦੋਂ ਆਪਾਂ ਕਾਰ ਸ਼ਬਦ ਕਹਿੰਦੇ ਆ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਕ ਸਾਊਂਡ ਸੁਣਾਈ ਦਿੰਦੀ ਆ, ਕੱਕਾ ਕਾਰ। ਤੇ ਤੁਸੀਂ ਵੀ ਸੋਚਣ ਦੀ ਕੋਸ਼ਿਸ਼ ਕਰੋ ਤੁਹਾਨੂੰ ਕੀ ਲੱਗਦਾ ਕੱਕੇ ਦੇ ਨਾਲ ਕਿਹੜੇ ਸ਼ਬਦ ਸ਼ੁਰੂ ਹੁੰਦੇ ਹੋਣਗੇ। ਹੋਰ ਕੱਕੇ ਦੇ ਨਾਲ ਸ਼ੁਰੂ ਹੁੰਦਾ ਹੈ ਕਲਮ। ਕਲਮ ਇਜ਼ ਪੈਨ ਇਨ ਇੰਗਲਿਸ਼ ਤੇ ਜਦੋਂ ਆਪਾਂ ਕਲਮ ਸ਼ਬਦ ਬੋਲਦੇ ਆ ਆਪਾਂ ਨੂੰ ਕ ਸਾਊਂਡ ਸੁਣਾਈ ਦਿੰਦੀ ਆ। ਤੇ ਮੇਰਾ ਲਾਸਟ ਐਗਜ਼ਾਮਪਲ ਹੈ ਕੈਂਚੀ। ਕੈਂਚੀ ਇਜ਼ scissors in English and when we say the word ਕੈਂਚੀ we hear the ਕ sound, ਤੁਹਾਨੂੰ ਕ ਸਾਊਂਡ ਸੁਣਾਈ ਦਿੰਦੀ ਹੈ। ਸੋ ਕੱਕਾ ਕਬੂਤਰ, ਕੱਕਾ ਕਾਰ, ਕੱਕਾ ਕੈਂਚੀ ਤੇ ਕੱਕਾ ਕਲਮ। ਸੋ ਇਹ ਹੋ ਗਈ ਕੱਕੇ ਦੀ ਸਾਊਂਡ ਕ। ਆਓ ਦੇਖਦੇ ਹਾਂ ਕਿ ਕੱਕਾ ਅੱਖਰ ਲਿਖਿਆ ਕਿਵੇਂ ਜਾਂਦਾ ਹੈ। ਸੋ ਤੁਹਾਡੇ ਸਾਰਿਆਂ ਦੇ ਸਕਰੀਨ ਦੇ ਰਾਈਟ ਹੈਂਡ ਸਾਈਡ ਦੇ ਉੱਤੇ ਸਟੈਪ ਬਾਈ ਸਟੈਪ ਇਨਸਟਰਕਸ਼ਨਸ ਆਉਣਗੀਆਂ ਜਿਨ੍ਹਾਂ ਨੂੰ ਤੁਸੀਂ ਫੋਲੋ ਕਰਕੇ ਹਰ ਅੱਖਰ ਨੂੰ ਘੱਟ ਤੋਂ ਘੱਟ 2 ਵਾਰੀ ਆਪਣੀ ਨੋਟਬੁੱਕ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਨੀ ਆ। So on the right hand side of your screen, you will see step-by-step instructions for each of the 5 letters, and I want you all to try and write the letter at least twice. So आओ देखते हैं कि ਕੱਕਾ ਅੱਖਰ ਕਿਵੇਂ ਲਿਖਿਆ ਜਾਂਦਾ ਹੈ। So ਕੱਕਾ ਅੱਖਰ ਉੱਤੋਂ ਬੰਦ ਹੁੰਦਾ ਹੈ। So ਸਭ ਤੋਂ ਪਹਿਲਾਂ ਤਾਂ ਆਪਾਂ ਇੱਕ straight line draw ਕਰਾਂਗੇ। Straight line draw ਕਰਨ ਦੇ ਬਾਅਦ ਤੁਸੀਂ ਇੱਕ curved line draw ਕਰਨੀ ਹੈ, ਜੋ ਟੇਢੀ curved line ਜਿਹੜੀ ਕਿ ਖੱਬੇ ਪਾਸੇ ਵੱਲ ਜਾਂਦੀ ਹੋਵੇ। ਇਹ ਲਾਈਨ ਡਰਾ ਕਰਨ ਤੋਂ ਬਾਅਦ ਤੁਸੀਂ ਇੱਕ ਲੂਪ ਜਾਂ ਗੋਲ ਚੱਕਰ ਬਣਾ ਕੇ ਉਸ ਲਾਈਨ ਨੂੰ ਸੱਜੇ ਪਾਸੇ ਵੱਲ ਥੱਲੇ ਲਿਆਉਣਾ ਤੇ ਇਹ ਬਣ ਗਿਆ ਅੱਖਰ ਕੱਕਾ। So to start off the letter kakka, you're going to make a horizontal line because the letter is closed from the top. Then make a curved line that goes towards the left, make a loop or a circle out of it, and bring it back down towards the right hand side, and there you have it, the letter kakka. So ਇਹ ਬਣ ਗਿਆ ਅੱਖਰ ਕੱਕਾ ਤੇ ਕੱਕੇ ਦੀ ਸਾਊਂਡ ਹੁੰਦੀ ਆ ਕ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ ਕੇ ਦੀ ਹੁੰਦੀ ਆ। ਕੱਕੇ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ? ਕੱਕੇ ਤੋਂ ਬਾਅਦ ਆਉਂਦਾ ਹੈ ਖੱਖਾ। ਸੋ ਖੱਖੇ ਦੀ ਸਾਊਂਡ ਹੁੰਦੀ ਆ ਖ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ ਕੇ ਤੇ ਐਚ ਨੂੰ ਮਿਲਾ ਕੇ ਬਣਾਈ ਜਾਂਦੀ ਆ। ਸੋ ਖੱਖਾ ਖ, ਖੱਖਾ ਖ। ਮੈਂ ਅਕਸਰ ਦੇਖਦੀ ਹਾਂ ਕਿ ਬੱਚੇ ਕੱਕਾ ਤੇ ਖੱਖੇ ਦੀ ਸਾਊਂਡ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਤੇ ਖੱਖਾ ਖਾਸ ਤੌਰ ਤੇ ਬੋਲਣ ਦੇ ਵਿੱਚ ਵੀ ਉਹਨਾਂ ਨੂੰ ਕਈ ਵਾਰੀ ਔਕਤ ਆਉਂਦੀ ਆ। ਸੋ ਇੱਥੇ ਮੈਂ ਸਾਰੇ ਵਿਦਿਆਰਥੀਆਂ ਨੂੰ ਇੱਕ ਟਿਪ ਦੇਣਾ ਚਾਹੂੰਗੀ, ਜਦੋਂ ਵੀ ਤੁਸੀਂ ਖੱਖਾ ਸ਼ਬਦ ਬੋਲਣਾ ਤੁਸੀਂ ਕੋਸ਼ਿਸ਼ ਕਰਨੀ ਆ ਕਿ ਤੁਸੀਂ ਆਪਣੇ ਗਲੇ ਦੇ ਵਿੱਚੋਂ ਸਾਹ ਬਾਹਰ ਨੂੰ ਧੱਕਣਾ ਆ। ਸੋ ਹੁਣ ਮੈਂ ਖੱਖਾ ਸ਼ਬਦ ਸਲੋਲੀ ਬੋਲ ਕੇ ਤੁਹਾਨੂੰ ਦੱਸੂੰਗੀ ਤੇ ਤੁਸੀਂ ਮੇਰੀ ਮਾਊਥ ਦੀ ਫਾਰਮੇਸ਼ਨ ਵੱਲ ਦੇਖਿਓ। ਖੱਖਾ, ਖੱਖਾ। ਤੁਸੀਂ ਦੇਖ ਸਕਦੇ ਹੋ ਕਿ ਐਂਡ ਦੇ ਉੱਤੇ ਮੇਰਾ ਮਾਊਥ ਖੁੱਲ ਜਾਂਦਾ ਕਿਉਂਕਿ ਮੈਂ ਸਾਹ ਬਾਹਰ ਨੂੰ ਧੱਕ ਰਹੀ ਹਾਂ। So whenever you're saying the letter kakka, try your best to push out as much breath as you can from your mouth because this creates the emphasis that is needed in the letter kakka. So ਇਹ ਤਾਂ ਹੋ ਗਈ ਖੱਖੇ ਦੀ ਸਾਊਂਡ ਖ। ਆਓ ਦੇਖਦੇ ਹਾਂ ਕਿ ਖੱਖਾ ਅੱਖਰ ਦੇ ਨਾਲ ਕਿਹੜੇ ਸ਼ਬਦ ਸ਼ੁਰੂ ਹੁੰਦੇ ਹਨ। ਸੋ ਸਭ ਤੋਂ ਪਹਿਲਾਂ ਖੱਖੇ ਦੇ ਨਾਲ ਸ਼ੁਰੂ ਹੁੰਦਾ ਹੈ ਖਰਬੂਜਾ। ਖਰਬੂਜਾ is cantaloupe in English ਤੇ ਜਦੋਂ ਆਪਾਂ ਖਰਬੂਜਾ ਸ਼ਬਦ ਬੋਲਦੇ ਹਾਂ ਆਪਾਂ ਨੂੰ ਖ ਸਾਊਂਡ ਸੁਣਾਈ ਦਿੰਦੀ ਆ, ਖੱਖਾ ਖਰਬੂਜਾ। ਉਸ ਤੋਂ ਬਾਅਦ ਆ ਜਾਂਦਾ ਹੈ ਖੰਭ। ਖੰਭ is feather in English ਤੇ ਜਦੋਂ ਆਪਾਂ ਖੰਭ ਸ਼ਬਦ ਬੋਲਦੇ ਹਾਂ ਆਪਾਂ ਨੂੰ ਖ ਸਾਊਂਡ ਸੁਣਾਈ ਦਿੰਦੀ ਆ, ਖੱਖਾ ਖੰਭ। ਤੇ ਮੇਰਾ ਲਾਸਟ ਐਗਜ਼ਾਮਪਲ ਹੈ ਖੁਸ਼ੀ। ਖੁਸ਼ੀ is happiness in Punjabi in English sorry ਤੇ ਜਦੋਂ ਆਪਾਂ ਖੁਸ਼ੀ ਸ਼ਬਦ ਬੋਲਦੇ ਹਾਂ ਆਪਾਂ ਨੂੰ ਫਿਰ ਖ ਸਾਊਂਡ ਸੁਣਾਈ ਦਿੰਦੀ ਆ। ਸੋ ਖੱਖਾ ਖਰਬੂਜਾ cantaloupe, ਖੱਖਾ ਖੰਭ feather ਤੇ ਖੱਖਾ ਖੁਸ਼ੀ happiness। ਸੋ ਇਹ ਤਾਂ ਹੋ ਗਈ ਖੱਖੇ ਦੀ ਸਾਊਂਡ ਖ। ਆਓ ਦੇਖਦੇ ਹਾਂ ਕਿ ਖੱਖਾ ਅੱਖਰ ਲਿਖਿਆ ਕਿਵੇਂ ਜਾਂਦਾ ਹੈ। ਸੋ ਖੱਖਾ ਲਿਖਣ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਛੋਟੀ ਜਿਹੀ ਲੇਟਵੀਂ ਲਕੀਰ ਬਣਾਵਾਂਗੇ। ਇਹ ਆਪਾਂ ਇਸ ਕਰਕੇ ਬਣਾਉਂਦੇ ਹਾਂ ਕਿਉਂਕਿ ਖੱਖਾ ਅੱਖਰ ਉੱਤੋਂ ਖੁੱਲ੍ਹਾ ਹੁੰਦਾ ਹੈ ਤੇ ਪੰਜਾਬੀ ਦੇ ਵਿੱਚ ਜਿਹੜੇ ਵੀ ਅੱਖਰ ਉੱਤੋਂ ਖੁੱਲ੍ਹੇ ਹੁੰਦੇ ਹਨ ਉਹਨਾਂ ਦੇ ਲਈ ਤੁਹਾਨੂੰ ਸ਼ੁਰੂਆਤ ਦੇ ਵਿੱਚ ਤੇ ਐਂਡ ਦੇ ਵਿੱਚ 2 ਲੇਟਵੀਆਂ ਲਕੀਰਾਂ ਬਣਾਉਣੀਆਂ ਪੈਂਦੀਆਂ ਨੇ ਜਿਸ ਦੇ ਜ਼ਰੀਏ ਆਪਾਂ ਇਸ ਅੱਖਰ ਦੇ ਨਾਲ ਹੋਰ ਅੱਖਰ ਜੋੜ ਸਕਦੇ ਹਾਂ ਤਾਂ ਕਿ ਆਪਾਂ ਪੰਜਾਬੀ ਦੇ ਵਿੱਚ ਸ਼ਬਦ ਲਿਖ ਸਕੀਏ। ਸੋ ਇਹ ਛੋਟੀ ਜਿਹੀ ਲੇਟਵੀਂ ਲਕੀਰ ਬਣਾਉਣ ਤੋਂ ਬਾਅਦ ਤੁਸੀਂ ਇੱਕ ਕਰਵਡ ਟੇਢੀ ਲਾਈਨ ਬਣਾਉਣੀ ਹੈ ਖੱਬੇ ਪਾਸੇ ਵੱਲ ਜਾਂਦੀ ਹੋਈ ਤੇ ਇਸ ਲਾਈਨ ਦੇ ਥੱਲੇ ਤੁਸੀਂ ਇੱਕ ਹਾਫ ਸਰਕਲ ਜਾਂ ਅੱਧਾ ਗੋਲ ਚੱਕਰ ਬਣਾਉਣਾ ਜਿਹੜਾ ਕਿ ਸੱਜੇ ਪਾਸੇ ਵੱਲ ਜਾਂਦਾ ਹੋਵੇ, ਰਾਈਟ ਹੈਂਡ ਸਾਈਡ ਵੱਲ ਜਾਂਦਾ ਹੋਵੇ ਤੇ ਇਸ ਦੇ ਨਾਲ ਹੀ ਤੁਸੀਂ ਇੱਕ ਵਰਟੀਕਲ ਲਾਈਨ ਬਣਾਉਣੀ ਹੈ ਥੱਲੇ ਵੱਲ ਜਾਂਦੀ ਹੋਈ ਲਕੀਰ ਖਿੱਚਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਖਾਲੀ ਥਾਂ ਜਾਂ ਵਿਚਾਲੇ ਲੈਟਰ ਦੇ ਤੁਸੀਂ ਖੱਬੇ ਪਾਸੇ ਤੋਂ ਲੈ ਕੇ ਸੱਜੇ ਪਾਸੇ ਤੱਕ ਇੱਕ horizontal line ਖਿੱਚਣੀ ਹੈ। So from the left hand side to the right hand side make a horizontal line that goes through the shape
ਤੇ ਤੁਹਾਡਾ ਲਾਸਟ ਸਟੈਪ ਆ ਕਿ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਲੇਟਵੀਂ ਲਕੀਰ ਬਣਾਈ ਸੀ ਉਹ ਜੀ ਲਕੀਰ ਆਪਾਂ ਇੱਕ ਐਂਡ ਦੇ ਉੱਤੇ ਬਣਾਉਣੀ ਆ। So to make the letter kakka, your first step is to make a small horizontal line, as we do for all letters in Punjabi that are open from the top. Then you're going to make a curved line that goes towards the left, and right beneath this curved line, make a half circle shape that goes towards the right hand side. Once you're done with that, make a vertical line that's attached to this half circle going down, and then make a horizontal line in the middle of the shape that we just made, the open space that goes from left to right. And your last step is to add the small horizontal line that we added at the beginning, like we do for all letters in Punjabi that are open from the top. So ਇਹ ਹੋ ਗਿਆ ਅੱਖਰ ਖੱਖਾ ਤੇ ਮੈਂ ਸਾਰਿਆਂ ਨੂੰ ਯਾਦ ਦਿਲਾ ਦਵਾਂ ਖੱਖੇ ਦੀ ਸਾਊਂਡ ਹੁੰਦੀ ਆ ਖ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ K ਤੇ H ਦੀ ਕੰਬਾਈਨਡ ਸਾਊਂਡ ਹੁੰਦੀ ਆ। ਸੋ ਦੂਜੀ ਲਾਈਨ ਦਾ ਅਗਲਾ ਅੱਖਰ ਹੈ ਗੱਗਾ ਤੇ ਗੱਗੇ ਦੀ ਕੀ ਸਾਊਂਡ ਹੁੰਦੀ ਆ? ਗੱਗੇ ਦੀ ਸਾਊਂਡ ਹੁੰਦੀ ਆ ਗ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ G ਦੀ ਹੁੰਦੀ ਆ। ਸੋ ਗੱਗਾ ਗ। ਤੇ ਹੁਣ ਆਓ ਦੇਖਦੇ ਹਾਂ ਕਿ ਗੱਗੇ ਅੱਖਰ ਦੇ ਨਾਲ ਕਿਹੜੇ ਸ਼ਬਦ ਸ਼ੁਰੂ ਹੁੰਦੇ ਹਨ। ਗੱਗੇ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਗਮਲਾ। ਗਮਲਾ ਇਜ਼ ਫਲਾਵਰ ਪॉट ਇਨ ਇੰਗਲਿਸ਼। ਤੇ ਜਦੋਂ ਤੁਸੀਂ ਗਮਲਾ ਸ਼ਬਦ ਬੋਲਦੇ ਹੋ, ਸਾਰੇ ਜਾਣੇ ਬੋਲ ਕੇ ਦੇਖੋ ਗਮਲਾ, ਤੁਹਾਨੂੰ ਗ ਸਾਊਂਡ ਸੁਣਾਈ ਦਿੰਦੀ ਆ। ਤੇ ਹੁਣ ਤੁਸੀਂ ਵੀ ਸੋਚਣ ਦੀ ਕੋਸ਼ਿਸ਼ ਕਰੋ ਗੱਗੇ ਦੇ ਨਾਲ ਤੁਹਾਨੂੰ ਕੀ ਲੱਗਦਾ ਕਿਹੜੇ ਸ਼ਬਦ ਸ਼ੁਰੂ ਹੁੰਦੇ ਹੋਣਗੇ। ਹੋਰ ਗੱਗੇ ਦੇ ਨਾਲ ਸ਼ੁਰੂ ਹੁੰਦਾ ਹੈ ਗਾਂ। ਗਾਂ ਇਜ਼ ਕਾਊ ਇਨ ਇੰਗਲਿਸ਼। ਤੇ ਜਦੋਂ ਆਪਾਂ ਗਾਂ ਸ਼ਬਦ ਬੋਲਦੇ ਹਾਂ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਗ ਸਾਊਂਡ ਸੁਣਾਈ ਦਿੰਦੀ ਆ। ਤੇ ਮੇਰਾ ਲਾਸਟ ਐਗਜ਼ਾਮਪਲ ਹੈ ਗਲਾਸ। ਗਲਾਸ ਨੂੰ ਇੰਗਲਿਸ਼ ਦੇ ਵਿੱਚ ਵੀ ਗਲਾਸ ਕਿਹਾ ਜਾਂਦਾ ਆ। ਤੇ ਜਦੋਂ ਆਪਾਂ ਗਲਾਸ ਸ਼ਬਦ ਬੋਲਦੇ ਹਾਂ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਗ ਸਾਊਂਡ ਸੁਣਾਈ ਦਿੰਦੀ ਆ। ਸੋ ਗੱਗਾ ਗਮਲਾ ਫਲਾਵਰ ਪॉट, ਗੱਗਾ ਗਾਂ ਕਾਊ ਤੇ ਗੱਗਾ ਗਲਾਸ। ਤੇ ਹੁਣ ਆਪਾਂ ਦੇਖਦੇ ਹਾਂ ਕਿ ਗੱਗਾ ਅੱਖਰ ਲਿਖਿਆ ਕਿਵੇਂ ਜਾਂਦਾ ਆ। ਗੱਗਾ ਅੱਖਰ ਉੱਤੋਂ ਬੰਦ ਹੁੰਦਾ ਆ। ਸੋ ਸਭ ਤੋਂ ਪਹਿਲਾਂ ਆਪਾਂ ਸਟ੍ਰੇਟ ਹੋਰੀਜ਼ੋਨਟਲ ਲਾਈਨ ਬਣਾਉਣੀ ਆ। ਉਸ ਤੋਂ ਬਾਅਦ ਲਾਈਨ ਦੇ ਖੱਬੇ ਪਾਸੇ ਵੱਲ ਰਹਿ ਕੇ ਤੁਸੀਂ ਲੈਟਰ J ਵਰਗੀ ਸ਼ੇਪ ਬਣਾਉਣੀ ਆ। ਸੋ ਇੰਗਲਿਸ਼ ਦੇ ਵਿੱਚ ਜਿਵੇਂ ਲੈਟਰ J ਬਣਦਾ ਆ ਤੁਸੀਂ ਉਹੋ ਜਿਹੀ ਸ਼ੇਪ ਬਣਾਉਣੀ ਆ, ਪਰ ਤੁਸੀਂ ਇੱਥੇ ਰੁਕਣਾ ਨਹੀਂਗਾ, ਇੱਥੇ ਖਾਲੀ ਨਹੀਂ ਛੱਡਣਾ ਹੈਗਾ। ਇਹਨੂੰ ਲਾਈਨ ਨੂੰ ਆਪਣੇ ਆਪ ਦੇ ਨਾਲ ਹੀ ਜੋੜ ਦੇਣਾ। ਯੂ ਆਰ ਗੋਇੰਗ ਟੂ ਕਨੈਕਟ ਦ ਲਾਈਨ ਵਿਦ ਇਟਸੈਲਫ। ਉਸ ਤੋਂ ਬਾਅਦ ਤੁਸੀਂ ਇਸ ਸ਼ੇਪ ਦੇ ਸੱਜੇ ਪਾਸੇ ਵੱਲ ਇੱਕ ਸਟ੍ਰੇਟ ਵਰਟੀਕਲ ਥੱਲੇ ਵੱਲ ਜਾਂਦੀ ਲਕੀਰ ਖਿੱਚ ਦੇਣੀ ਆ। ਤੇ ਇੱਥੇ ਕੋਸ਼ਿਸ਼ ਕਰਨੀ ਆ ਲਕੀਰ ਬਾਲੀ ਲੰਬੀ ਵੀ ਨਾ ਹੋਵੇ ਪਰ ਬਾਲੀ ਛੋਟੀ ਵੀ ਨਾ ਹੋਵੇ। ਜਿਹੜੀ ਆਪਾਂ ਇਸ ਦੇ ਨਾਲ ਸ਼ੇਪ ਬਣਾਈ ਆ ਅਬਾਊਟ ਸੇਮ ਹਾਈਟ ਦੀ ਹੋਣੀ ਚਾਹੀਦੀ ਆ। So to make the letter gaga, start off with a horizontal line because the letter gaga is closed from the top. After that, make a shape that looks like the letter J in English. However, don't stop here. You have to close the shape all the way, so connect the line with itself. After that, make a vertical line right next to it towards the right-hand side that goes all the way down. But make sure that you don't make the line too long, but don't make it too short either. So it should be about the same height as the shape beside it. And there you have it, the letter gaga. So ਇਹ ਹੋ ਗਿਆ ਅੱਖਰ ਗੱਗਾ ਤੇ ਗੱਗੇ ਦੀ ਸਾਊਂਡ ਹੁੰਦੀ ਆ ਗ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ G ਦੀ ਹੁੰਦੀ ਆ। ਸੋ ਹੁਣ ਅਗਲਾ ਅੱਖਰ ਹੈ ਕੱਗਾ। ਕੱਗੇ ਦੀ ਕੀ ਸਾਊਂਡ ਹੁੰਦੀ ਆ? ਕੱਗੇ ਦੀ ਸਾਊਂਡ ਹੁੰਦੀ ਆ ਕ। ਸੋ ਕੱਗਾ ਕ, ਕੱਗਾ ਕ। ਕੱਗੇ ਦੀ ਸਾਊਂਡ ਦੇ ਲਈ ਇੰਗਲਿਸ਼ ਦੇ ਵਿੱਚ ਕੋਈ ਵੀ ਇਕੁਇਵਲੈਂਟ ਲੈਟਰ ਨਹੀਂਗਾ ਜਾਂ ਕੋਈ ਵੀ ਇਕੁਇਵਲੈਂਟ ਸਾਊਂਡ ਨਹੀਂਗੀ ਜਿਸ ਦੇ ਨਾਲ ਆਪਾਂ ਇਸ ਨੂੰ ਪੂਰੀ ਤਰ੍ਹਾਂ ਕੰਪੇਅਰ ਕਰਕੇ ਦੱਸ ਸਕੀਏ। ਪਰ ਇਸ ਨੂੰ ਅਕਸਰ G ਤੇ H ਲੈਟਰਸ ਦੀ ਕੰਬਾਈਨਡ ਸਾਊਂਡ ਦੇ ਨਾਲ ਕੰਪੇਅਰ ਕੀਤਾ ਜਾਂਦਾ ਆ। ਐਗਜ਼ੈਕਟਲੀ ਸੇਮ ਸਾਊਂਡ ਨਹੀਂਗੀ, ਪੂਰੀ ਤਰ੍ਹਾਂ ਉਹੀ ਸਾਊਂਡ ਨਹੀਂ ਕਿ G H ਲੈਟਰਸ ਦੀ, ਪਰ ਮਿਲਦੀ ਜੁਲਦੀ ਆ। ਸਿਮਿਲਰ ਸਾਊਂਡ। ਇਸ ਕਰਕੇ ਆਪਾਂ G ਤੇ H ਦੀ ਸਾਊਂਡ ਨਾਲ ਕੱਗੇ ਦੀ ਸਾਊਂਡ ਨੂੰ ਕੰਪੇਅਰ ਕਰਕੇ ਦੱਸ ਦਿੰਦੇ ਆ। ਸੋ ਇਹ ਹੋ ਗਈ ਕੱਗੇ ਦੀ ਸਾਊਂਡ ਕ। ਤੇ ਹੁਣ ਆਪਾਂ ਦੇਖਦੇ ਹਾਂ ਕਿ ਕੱਗੇ ਅੱਖਰ ਦੇ ਨਾਲ ਕਿਹੜੇ ਸ਼ਬਦ ਸ਼ੁਰੂ ਹੁੰਦੇ ਹਨ। ਕੱਗੇ ਦੇ ਨਾਲ ਸਭ ਤੋਂ ਪਹਿਲਾਂ ਤਾਂ ਸ਼ੁਰੂ ਹੁੰਦਾ ਹੈ ਘਰ। ਘਰ ਮੀਨਸ ਹਾਊਸ ਇਨ ਇੰਗਲਿਸ਼। ਤੇ ਜਦੋਂ ਤੁਸੀਂ ਘਰ ਸ਼ਬਦ ਬੋਲਦੇ ਆ ਸਾਰੇ ਜਾਣੇ ਬੋਲ ਕੇ ਦੇਖੋ, ਬਹੁਤ ਹੀ ਸੌਖਾ ਸ਼ਬਦ ਆ ਘਰ। ਤੁਹਾਨੂੰ ਸ਼ੁਰੂਆਤ ਦੇ ਵਿੱਚ ਕ ਸਾਊਂਡ ਸੁਣਾਈ ਦਿੰਦੀ ਆ। ਉਸ ਤੋਂ ਬਾਅਦ ਆ ਜਾਂਦਾ ਘੋੜਾ। ਘੋੜਾ ਮੀਨਸ ਹਾਰਸ ਇਨ ਇੰਗਲਿਸ਼। ਤੇ ਜਦੋਂ ਤੁਸੀਂ ਘੋੜਾ ਸ਼ਬਦ ਬੋਲਦੇ ਹੋ ਤੁਹਾਨੂੰ ਫਿਰ ਸ਼ੁਰੂਆਤ ਦੇ ਵਿੱਚ ਕ ਸਾਊਂਡ ਸੁਣਾਈ ਦਿੰਦੀ ਆ। ਤੇ ਮੇਰਾ ਲਾਸਟ ਐਗਜ਼ਾਮਪਲ ਹੈ ਘੜੀ। ਘੜੀ ਇਜ਼ ਵਾਚ ਇਨ ਇੰਗਲਿਸ਼। ਤੇ ਜਦੋਂ ਆਪਾਂ ਘੜੀ ਸ਼ਬਦ ਬੋਲਦੇ ਆ ਆਪਾਂ ਨੂੰ ਫਿਰ ਕ ਦੀ ਸਾਊਂਡ ਸੁਣਾਈ ਦਿੰਦੀ ਆ। ਸੋ ਕੱਗਾ ਘਰ ਹਾਊਸ, ਕੱਗਾ ਘੋੜਾ ਹਾਰਸ ਤੇ ਕੱਗਾ ਘੜੀ ਵਾਚ। ਸੋ ਇਹ ਹੋ ਗਈ ਕੱਗੇ ਦੀ ਸਾਊਂਡ। ਆਓ ਦੇਖਦੇ ਕਿ ਕੱਗਾ ਅੱਖਰ ਲਿਖਿਆ ਕਿਵੇਂ ਜਾਂਦਾ ਆ। ਸੋ ਕੱਗੇ ਅੱਖਰ ਦੀ ਸ਼ੇਪ ਖੱਖੇ ਦੀ ਸ਼ੇਪ ਨਾਲ ਮਿਲਦੀ ਜੁਲਦੀ ਆ।
ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਸਟ੍ਰੇਟ ਹੋਰੀਜ਼ੋਂਟਲ ਲਾਈਨ ਬਣਾਉਣੀ ਆ ਕਿਉਂਕਿ ਘੱਗਾ ਅੱਖਰ ਉੱਤੋਂ ਖਾਲੀ ਹੁੰਦਾ ਹੈ। ਉਸ ਤੋਂ ਬਾਅਦ ਜਿਵੇਂ ਆਪਾਂ ਖੱਖੇ ਦੇ ਵਿੱਚ ਖੱਬੇ ਪਾਸੇ ਵੱਲ ਲੈਫਟ ਹੈਂਡ ਸਾਈਡ ਵੱਲ ਜਾਂਦੀ ਕਰਵਡ ਲਾਈਨ ਬਣਾਈ ਸੀ, ਇੰਜ ਦੀ ਆਪਾਂ ਇੱਕ ਹੋਰ ਲਾਈਨ ਬਣਾਉਣੀ ਹੈ। ਇਸ ਲਾਈਨ ਦੇ ਥੱਲੇ ਤੁਸੀਂ ਜਿਵੇਂ ਆਪਾਂ ਖੱਖੇ ਦੇ ਲਈ ਹਾਫ ਸਰਕਲ ਬਣਾਇਆ ਸੀ, ਉਂਝ ਦਾ ਇੱਕ ਹੋਰ ਹਾਫ ਸਰਕਲ ਬਣਾ ਦੇਣਾ, ਪਰ ਇਸ ਵਾਰੀ ਤੁਸੀਂ ਹਾਫ ਸਰਕਲ ਨੂੰ ਵਿਚਾਲੇ ਲਾ ਜਾਣਾ ਟੁਵਰਡਸ ਦ ਮਿਡਲ, ਤੇ ਇੱਕ ਹੋਰ ਹਾਫ ਸਰਕਲ ਐਡ ਕਰ ਦੇਣਾ। ਸੋ ਦੋ ਹਾਫ ਸਰਕਲਸ ਜਾਂ ਜਿਵੇਂ ਇੰਗਲਿਸ਼ ਦੇ ਵਿੱਚ W ਲੈਟਰ ਦੀ ਸ਼ੇਪ ਹੁੰਦੀ ਹੈ ਉਹ ਜੀ ਤੁਸੀਂ ਸ਼ੇਪ ਬਣਾ ਦੇਣੀ ਹੈ। ਫਿਰ ਜਿਵੇਂ ਆਪਾਂ ਖੱਖੇ ਦੇ ਵਿੱਚ ਐਂਡ ਦੇ ਉੱਤੇ ਆਪਾਂ ਸਟ੍ਰੇਟ ਲਾਈਨ ਐਡ ਕੀਤੀ ਸੀ ਥੱਲੇ ਵੱਲ ਜਾਂਦੀ, ਉਹ ਜੀ ਇੱਕ ਤੁਸੀਂ ਹੋਰ ਵਰਟੀਕਲ ਲਾਈਨ ਥੱਲੇ ਵੱਲ ਜਾਂਦੀ ਐਡ ਕਰ ਦੇਣੀ ਹੈ। ਤੇ ਤੁਹਾਡਾ ਲਾਸਟ ਸਟੈਪ ਇਹ ਹੈ ਕਿ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੋਰੀਜ਼ੋਂਟਲ ਲਾਈਨ ਲਾਈ ਸੀ ਲੇਟਵੀਂ ਲਕੀਰ, ਉਹ ਜੀ ਤੁਸੀਂ ਐਂਡ ਦੇ ਉੱਤੇ ਲੇਟਵੀਂ ਲਕੀਰ ਐਡ ਕਰ ਦੇਣੀ ਹੈ। So to start off with the letter kagga, you make a horizontal line in the beginning because kagga is open from the top. And the shape of kagga is very similar to the shape of kakka, so some of the steps are the same. The first thing you're going to do is make a curved line that goes towards the left, just like we did for the letter kakka. After that, make a half circle shape that goes towards the middle and make another one. So you have to make two half circles or a shape that kind of looks like the letter W in English. After that, add a vertical line that goes down that is attached to the half circle shape that we made. And your last step is to add the horizontal line at the end like we did in the beginning. And there you have it, the letter kagga. So ਇਹ ਹੋ ਗਿਆ ਅੱਖਰ kagga, ਤੇ ਇੱਕ ਵਾਰੀ ਫਿਰ ਮੈਂ ਸਾਨੂੰ ਯਾਦ ਦਿਲਾ ਦਵਾਂ ਕੱਗੇ ਦੀ ਸਾਊਂਡ ਹੁੰਦੀ ਹੈ ਕ, ਜਿਹੜੀ ਕਿ letters G ਤੇ H ਦੀ ਸਾਊਂਡ ਵਰਗੀ ਹੁੰਦੀ ਹੈ. So it's similar to the sound of letters G and H in English. So kakka, khakha, gagga, kagga. ਲਾਸਟ ਲੈਟਰ ਕਿਹੜਾ ਆ? ਲਾਸਟ ਲੈਟਰ ਹੈਗਾ ngੰਗਾ। ngੰਗਾ ਇੱਕ ਬਹੁਤ ਹੀ ਯੂਨੀਕ ਲੈਟਰ ਆ, ਪੰਜਾਬੀ 'ਚ ਬਹੁਤ ਹੀ ਜ਼ਿਆਦਾ ਘੱਟ ਵਰਤਿਆ ਜਾਂਦਾ, ਇਟਸ ਵੈਰੀ ਰੇਅਰ। ਤੇ ngੰਗੇ ਦੀ ਸਾਊਂਡ ਹੁੰਦੀ ਆ ng, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ N, G ਤੇ A ਦੀ ਕੰਬਾਈਨਡ ਸਾਊਂਡ ਹੁੰਦੀ ਆ। ਸੋ ngੰਗਾ ng। ਤੇ ngੰਗਾ ਅੱਖਰ ਦੇ ਨਾਲ ਕੋਈ ਵੀ ਸ਼ਬਦ ਨਹੀਂ ਸ਼ੁਰੂ ਹੁੰਦਾ ਪੰਜਾਬੀ ਦੇ ਵਿੱਚ, ਪਰ ਕਈ ਸ਼ਬਦ ਹੈ ਜਿਹਨੇ ਜਿਨ੍ਹਾਂ ਦੇ ਵਿੱਚ ngੰਗਾ ਵਰਤਿਆ ਜਾਂਦਾ, ਜਾਂ ਤਾਂ ਵਿਚਾਲੇ ਵਰਤਿਆ ਜਾਂਦਾ ਜਾਂ ਐਂਡ ਦੇ ਵਿੱਚ ਵਰਤਿਆ ਜਾਂਦਾ। ਇਹ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਜਾ ਰਹੀ ਹਾਂ। ਸੋ ਸ਼ਬਦ ਹੈ ਕੰਗਣ। ਕੰਗਣ ਮੀਨਸ ਬ੍ਰੇਸਲੈਟ ਇਨ ਇੰਗਲਿਸ਼, ਤੇ ਜਦੋਂ ਆਪਾਂ ਕੰਗਣ ਸ਼ਬਦ ਬੋਲਦੇ ਹਾਂ ਤੁਹਾਨੂੰ ਵਿਚਾਲੇ ng ਸਾਊਂਡ ਸੁਣਾਈ ਦਿੰਦੀ ਆ, ਕੰਗਣ। ਸੋ ਜਿਵੇਂ ngੰਗਾ ਸ਼ਬਦ ਦੀ ਸ਼ੇਪ ਸਾਊਂਡ ਸਾਡੀ ਬਹੁਤ ਯੂਨੀਕ ਆ, ਇੰਝ ਇਸ ਦੀ ਸ਼ੇਪ ਵੀ ਬਹੁਤ ਯੂਨੀਕ ਹੈ। ਸੋ ਆਓ ਦੇਖਦੇ ਹਾਂ ਕਿ ngੰਗਾ ਸ਼ਬਦ ਲਿਖਿਆ ਕਿਵੇਂ ਜਾਂਦਾ। ngੰਗਾ ਲਿਖਣ ਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਸਟ੍ਰੇਟ ਹੋਰੀਜ਼ੋਂਟਲ ਲਾਈਨ ਬਣਾਉਣੀ ਹੈ। ਉਸ ਤੋਂ ਬਾਅਦ ਤੁਸੀਂ ਇੱਕ ਥੱਲੇ ਵੱਲ ਜਾਂਦੀ ਵਰਟੀਕਲ ਲਾਈਨ ਬਣਾਉਣੀ ਹੈ ਛੋਟੀ ਜਿਹੀ ਤੇ ਲੈਫਟ ਹੈਂਡ ਸਾਈਡ ਦੇ ਵੱਲ, ਤੇ ਫਿਰ ਇਸ ਦੇ ਥੱਲੇ ਹੀ ਤੁਸੀਂ ਲੈਟਰ C ਵਰਗੀ ਸ਼ੇਪ ਬਣਾਉਣੀ ਆ, ਪਰ ਇਹ C ਦਾ ਸ਼ੇਪ, ਇਸ C ਦਾ ਮੂੰਹ ਦੂਜੇ ਪਾਸੇ ਨੂੰ ਹੋਵੇਗਾ। ਓਕੇ, ਸੋ ਜਿਵੇਂ ਪੁੱਠੀ C ਹੁੰਦੀ ਆ, ਤੁਸੀਂ ਪੁੱਠੀ C ਵਰਗੀ ਸ਼ੇਪ ਬਣਾਉਣੀ ਆ, ਤੇ ਇਸ ਪੁੱਠੀ C ਸ਼ੇਪ ਦੇ ਥੱਲੇ ਹੀ ਤੁਸੀਂ ਇੱਕ ਛੋਟਾ ਜਿਹਾ ਥੱਲੇ ਵੱਲ ਜਾਂਦਾ ਹੋਇਆ ਲੂਪ ਐਡ ਕਰ ਦੇਣਾ, ਤੇ ਇਹ ਬਣ ਗਿਆ ਅੱਖਰ ngੰਗਾ। So to make the letter ngੰਗਾ, you're going to start off with a horizontal line, and then towards the left hand side of this line, make a small vertical line. And then right below this, make a shape that looks like the letter C, but facing the other way. So letter C, but flipped. And right below this, you're going to make a loop that goes down. So it's a loop that's pointing down, and there you have it, the letter ngੰਗਾ. So ਇਹ ਸਨ ਪੰਜਾਬੀ 35 ਦੀ ਦੂਜੀ ਲਾਈਨ ਦੇ 5 ਅੱਖਰ। ਆਓ ਇਹਨਾਂ ਦਾ ਇੱਕ ਵਾਰੀ ਅਭਿਆਸ ਕਰੀਏ। ਪਹਿਲਾ ਅੱਖਰ ਹੈ ਕੱਕਾ। ਕੱਕੇ ਦੀ ਸਾਊਂਡ ਹੁੰਦੀ ਆ ਕ, ਜਿਵੇਂ ਕਿ ਲੈਟਰ K ਦੀ ਹੁੰਦੀ ਹੈ ਇੰਗਲਿਸ਼ ਦੇ ਵਿੱਚ, ਤੇ ਕੱਕੇ ਦੇ ਨਾਲ ਸ਼ੁਰੂ ਹੁੰਦਾ ਹੈ ਕਬੂਤਰ, ਕਾਰ, ਕੈਂਚੀ ਤੇ ਕਲਮ। ਉਸ ਤੋਂ ਬਾਅਦ ਆ ਜਾਂਦਾ ਖੱਖਾ। ਖੱਖੇ ਦੀ ਸਾਊਂਡ ਹੁੰਦੀ ਆ ਖ, ਜਿਵੇਂ ਕਿ ਲੈਟਰਸ K ਤੇ H ਦੀ ਹੁੰਦੀ ਆ ਇੰਗਲਿਸ਼ ਦੇ ਵਿੱਚ, ਤੇ ਖੱਖੇ ਤੋਂ ਸ਼ੁਰੂ ਹੁੰਦਾ ਹੈ ਖਰਬੂਜਾ, ਖੰਭ ਤੇ ਖੁਸ਼ੀ। ਉਸ ਤੋਂ ਬਾਅਦ ਆ ਜਾਂਦਾ ਗੱਗਾ। ਗੱਗੇ ਦੀ ਸਾਊਂਡ ਹੁੰਦੀ ਆ ਗ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰ G ਦੀ ਹੁੰਦੀ ਆ, ਤੇ ਗੱਗੇ ਤੋਂ ਸ਼ੁਰੂ ਹੁੰਦਾ ਹੈ ਗਮਲਾ, ਗਾਂ ਤੇ ਗਲਾਸ। ਚੌਥਾ ਅੱਖਰ ਹੈ ਕੱਗਾ। ਕੱਗੇ ਦੀ ਸਾਊਂਡ ਹੁੰਦੀ ਆ ਕ, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ G ਤੇ H ਦੀ ਹੁੰਦੀ ਆ। ਸੋ ਇੱਥੇ ਮੈਂ ਸਾਨੂੰ ਫਿਰ ਯਾਦ ਦਿਲਾ ਦੇਵਾਂ, ਕੱਗੇ ਦੀ ਸਾਊਂਡ G ਤੇ H ਦੀ ਸਾਊਂਡ ਨਾਲ ਪੂਰੀ ਤਰ੍ਹਾਂ ਨਹੀਂ ਮਿਲਦੀ, ਪਰ ਇਟਸ ਸਿਮਿਲਰ, ਮਿਲਦੀ ਜੁਲਦੀ ਆ, ਤਾਂ ਕਰਕੇ ਆਪਾਂ ਇਸ ਦੋਨਾਂ ਦੀ ਸਾਊਂਡਸ ਨੂੰ ਕੰਪੇਅਰ ਕਰ ਸਕਦੇ ਹਾਂ ਇੱਕ ਦੂਜੇ ਦੇ ਨਾਲ। ਤੇ ਕੱਗੇ ਨਾਲ ਸ਼ੁਰੂ ਹੁੰਦਾ ਹੈ ਘਰ, ਕੱਗੇ ਨਾਲ ਸ਼ੁਰੂ ਹੁੰਦਾ ਹੈ ਘੋੜਾ, ਤੇ ਕੱਗੇ ਨਾਲ ਸ਼ੁਰੂ ਹੁੰਦਾ ਹੈ ਘੜੀ। ਤੇ ਲਾਸਟ ਲੈਟਰ ਹੈ ngੰਗਾ। ngੰਗੇ ਦੇ ਨਾਲ ਕੋਈ ਵੀ ਸ਼ਬਦ ਨਹੀਂ ਸ਼ੁਰੂ ਹੁੰਦਾ। ngੰਗੇ ਦੀ ਸਾਊਂਡ ਹੁੰਦੀ ਆ ng, ਜਿਵੇਂ ਕਿ ਇੰਗਲਿਸ਼ ਦੇ ਵਿੱਚ ਲੈਟਰਸ N, G ਤੇ A ਦੀ ਕੰਬਾਈਨਡ ਸਾਊਂਡ ਹੁੰਦੀ ਆ। ਸੋ ਇਹ ਸੀ ਸਾਡਾ ਅੱਜ ਦਾ ਲੈਸਨ।
इस हफ्ते ਦੇ ਹੋਮਵਰਕ ਲਈ ਮੈਂ ਚਾਹੁੰਦੀ ਹਾਂ ਕਿ ਸਾਰੇ ਵਿਦਿਆਰਥੀ ਇਹਨਾਂ 5 ਅੱਖਰਾਂ ਦਾ ਅਭਿਆਸ ਕਰਨ, ਇਹਨਾਂ ਨੂੰ ਲਿਖ ਕੇ ਪ੍ਰੈਕਟਿਸ ਕਰਨ, ਬੋਲ ਕੇ ਪ੍ਰੈਕਟਿਸ ਕਰਨ, ਇਹਨਾਂ ਦੀ ਸਾਊਂਡ ਨੂੰ ਵੀ ਚੇਤੇ ਕਰਨ ਤੇ ਨਾਲ ਹੀ ਨਾਲ ਜਿਵੇਂ ਆਪਾਂ ਪੰਜਾਬੀ 35 ਦੇ ਵਿੱਚ ਅੱਗੇ ਵਧ ਰਹੇ ਹਾਂ ਜ਼ਰੂਰੀ ਹੈ ਕਿ ਜੋ ਆਪਾਂ ਪਹਿਲਾਂ ਸਿੱਖਿਆ ਆ ਉਸ ਨੂੰ ਆਪਾਂ ਨਹੀਂ ਭੁੱਲਣਾ। ਸੋ ਇਹਨਾਂ 5 ਅੱਖਰਾਂ ਦਾ ਅਭਿਆਸ ਕਰਨ ਦੇ ਨਾਲ ਨਾਲ ਤੁਸੀਂ ਪਿਛਲੇ ਹਫਤੇ ਜੋ ਆਪਾਂ 5 ਅੱਖਰ ਸਿੱਖੇ ਸਨ ਉਹਨਾਂ ਨੂੰ ਵੀ ਪ੍ਰੈਕਟਿਸ ਕਰਨਾ। So for this week's homework, I would like all students to practice these 5 letters. Practice reading them, speaking them, writing them, practice identifying their sounds. And as we move forward in the Punjabi alphabet, don't forget to practice letters that we learnt before. So along with these 5 letters, don't forget to practice the letters that we learnt last week. So the first 5 letters of the Punjabi alphabet. ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਸਾਡੀ ਅੱਜ ਦੀ ਕੋਸ਼ਿਸ਼ ਵੀ ਬਹੁਤ ਪਸੰਦ ਆਈ ਹੋਵੇਗੀ। ਮਿਲਦੇ ਹਾਂ ਅਗਲੇ ਹਫਤੇ ਪੰਜਾਬੀ 35 ਦੀ ਤੀਸਰੀ ਲਾਈਨ ਸਿੱਖਣ ਦੇ ਵਾਸਤੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸੋ ਇਹ ਸਨ ਸਾਡੇ ਨਾਲ ਮਹਿਕਪ੍ਰੀਤ ਕੌਰ ਧਾਲੀਵਾਲ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਸ਼ੋਅ ਨੂੰ ਪਿਆਰ ਇਸੇ ਤਰ੍ਹਾਂ ਹੀ ਕਰਦੇ ਰਹੋਗੇ ਤਾਂ ਕਿ ਅਸੀਂ ਰਲ ਮਿਲ ਕੇ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ, ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਪੰਜਾਬੀ ਮਾਂ ਬੋਲੀ ਦੇ ਨਾਲ ਜੋੜ ਸਕੀਏ। ਸੋ ਨਿਮਾਣੀ ਜੀ ਕੋਸ਼ਿਸ਼ ਆ, ਹੁੰਗਾਰਾ ਜ਼ਰੂਰ ਭਰਿਓ, ਫੀਡਬੈਕ ਸਾਨੂੰ ਜ਼ਰੂਰ ਦਿਓ। ਅਗਲੇ ਹਫਤੇ ਫੇਰ ਮਿਲਾਂਗੇ, ਮਹਿਕਪ੍ਰੀਤ ਕੌਰ ਨੂੰ ਤੁਹਾਡੇ ਰੂਬਰੂ ਕਰਾਂਗੇ ਤੇ ਅਗਲਾ ਜਿਹੜਾ ਤੁਹਾਡੇ ਲਈ ਕਲਾਸ ਦੇ ਵਿੱਚੋਂ ਲੈ ਕੇ ਆਉਣਗੇ 35 ਅੱਖਰਾਂ ਦੇ ਵਿੱਚੋਂ ਕਿ ਕਿਹੜੀਆਂ ਅਗਲੀਆਂ ਕਲਾਸਿਸ ਹੋਣਗੀਆਂ, ਇਹ ਤੇ ਮਹਿਕਪ੍ਰੀਤ ਦੀ ਉਡੀਕ ਕਰਨੀ ਪਵੇਗੀ ਤੁਹਾਨੂੰ। ਮਾਂ ਬੋਲੀ ਆਓ ਪੰਜਾਬੀ ਸਿੱਖੀਏ ਦੇ ਵਿੱਚ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਦੇਖ ਰਹੇ ਸਾਰੇ ਪਰਿਵਾਰਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ईड़ी इट सस्सा स्लेट हा हा हाथी। माँ बोली आओ पंजाबी सीखिए।